एक दिन पढ़ता, आकड़बाज सब हो जाणगे, एक दिन पढ़ता। नरकां दी अग विच पाया जावेगा, किसे कड्ढना भी नहीं। नरकां दी अग विच पाया जावेगा, किसे कड्ढना भी नहीं। जेड़ा अज वचन सुनाया जा रहा, फिर लभना भी नहीं। सच दा कलाम है जो गाया जा रहा, फिर लभना भी नहीं। पंजाब महीनियां दी सजा आउण वाली, तैनूं पैणी कट्टणी। 50 महीनिਆਂ ਦੀ ਸਜ਼ਾ ਆਉਣ ਵਾਲੀ, ਤੈਨੂੰ ਪੈਣੀ ਕੱਟਣੀ। ਪਹਾੜੀਆਂ ਦੇ ਨਾਲ ਸਿਰ ਮਾਰੇ ਟੱਕਰਾਂ, ਮੌਤ ਨਹੀਂ ਓ ਲੱਭਣੀ। ਪਹਾੜੀਆਂ ਦੇ ਨਾਲ ਸਿਰ ਮਾਰੇ ਟੱਕਰਾਂ, ਮੌਤ ਨਹੀਂ ਓ ਲੱਭਣੀ। ਧਰਤੀ ਤੇ ਬਹੁਤ ਵੱਡੀ ਸਜ਼ਾ ਪਾਵੇਂਗਾ, ਕੁਝ ਲੱਭਣਾ ਵੀ ਨਹੀਂ। ਧਰਤੀ ਤੇ ਬਹੁਤ ਵੱਡੀ ਸਜ਼ਾ ਪਾਵੇਂਗਾ, ਕੁਝ ਲੱਭਣਾ ਵੀ ਨਹੀਂ। ਜਿਹੜਾ ਅੱਜ ਵਚਨ ਸੁਣਾਇਆ ਜਾ ਰਿਹਾ, ਫੇਰ ਲੱਭਣਾ ਵੀ ਨਹੀਂ। ਸੱਚ ਦਾ ਕਲਾਮ ਹੈ ਜੋ ਗਾਇਆ ਜਾ ਰਿਹਾ, ਫਿਰ ਲੱਭਣਾ ਵੀ ਨਹੀਂ। ਮੋਹ ਮਾਇਆ ਲੋਭ ਵਿੱਚ ਦਿਲ ਫਸਿਆ, ਡਾਡਾ ਹੈ ਹੰਕਾਰਿਆ। ਮੋਹ ਮਾਇਆ ਲੋਭ ਵਿੱਚ ਦਿਲ ਫਸਿਆ, ਡਾਡਾ ਹੈ ਹੰਕਾਰਿਆ। ਯਿਸੂ ਕੋਲ ਜਾ ਕੇ ਫਿਰ ਕੀ ਦੱਸੇਗਾ, ਰੱਬ ਨੂੰ ਭੁਲਾ ਲਿਆ। ਯਿਸੂ ਕੋਲ ਜਾ ਕੇ ਫਿਰ ਕੀ ਦੱਸੇਗਾ, ਰੱਬ ਨੂੰ ਭੁਲਾ ਲਿਆ। ਨਰਕਾਂ ਦੀ ਅੱਗ ਵਿੱਚ ਪਾਇਆ ਜਾਵੇਗਾ, ਕਿਸੇ ਕੱਢਣਾ ਵੀ ਨਹੀਂ। ਨਰਕਾਂ ਦੀ ਅੱਗ ਵਿੱਚ ਪਾਇਆ ਜਾਵੇਗਾ, ਕਿਸੇ ਕੱਢਣਾ ਵੀ ਨਹੀਂ। ਜਿਹੜਾ ਅੱਜ ਵਚਨ ਸੁਣਾਇਆ ਜਾ ਰਿਹਾ, ਫੇਰ ਲੱਭਣਾ ਵੀ ਨਹੀਂ। ਸੱਚ ਦਾ ਕਲਾਮ ਹੈ ਜੋ ਗਾਇਆ ਜਾ ਰਿਹਾ, ਫਿਰ ਲੱਭਣਾ ਵੀ ਨਹੀਂ। ਮੈਨੂੰ ਸੰਭਾਲੀ ਰੱਬਾ, ਮੈਨੂੰ ਸੰਭਾਲੀ, ਮੈਨੂੰ ਸੰਭਾਲੀ ਰੱਬਾ, ਮੈਨੂੰ ਸੰਭਾਲੀ। ਜਿਹੜੇ ਤੂੰ ਕੋਲ ਕੀਤੇ ਉਹਨਾਂ ਨੂੰ ਪਾਲੀ, ਜਿਹੜੇ ਤੂੰ ਕੋਲ ਕੀਤੇ ਉਹਨਾਂ ਨੂੰ ਪਾਲੀ। ਮੈਨੂੰ ਸੰਭਾਲੀ ਰੱਬਾ, ਮੈਨੂੰ ਸੰਭਾਲੀ, ਮੈਨੂੰ ਸੰਭਾਲੀ ਰੱਬਾ, ਮੈਨੂੰ ਸੰਭਾਲੀ। ਝੂਠ ਦਾ ਰਾਹ ਮੈਂ ਤੋਂ ਰੱਖੀ ਤੂੰ ਦੂਰ ਹੋ, ਝੂਠ ਦਾ ਰਾਹ ਮੈਂ ਤੋਂ ਰੱਖੀ ਤੂੰ ਦੂਰ ਹੋ। ਬਖਸ਼ੀ ਤੂੰ ਮਿਹਰ ਕਰਕੇ ਸ਼ਹਿਰਾਂ ਦਾ ਨੂਰ ਹੋ, ਬਖਸ਼ੀ ਤੂੰ ਮਿਹਰ ਕਰਕੇ ਸ਼ਹਿਰਾਂ ਦਾ ਨੂਰ ਹੋ। ਮੈਨੂੰ ਸੰਭਾਲੀ ਰੱਬਾ, ਮੈਨੂੰ ਸੰਭਾਲੀ, ਮੈਨੂੰ ਸੰਭਾਲੀ ਰੱਬਾ, ਮੈਨੂੰ ਸੰਭਾਲੀ। ਜਿਹੜੇ ਤੂੰ ਕੋਲ ਕੀਤੇ ਉਹਨਾਂ ਨੂੰ ਪਾਲੀ, ਜਿਹੜੇ ਤੂੰ ਕੋਲ ਕੀਤੇ ਉਹਨਾਂ ਨੂੰ ਪਾਲੀ। ਮੈਨੂੰ ਸੰਭਾਲੀ ਰੱਬਾ, ਮੈਨੂੰ ਸੰਭਾਲੀ, ਮੈਨੂੰ ਸੰਭਾਲੀ ਰੱਬਾ, ਮੈਨੂੰ ਸੰਭਾਲੀ। ਵਿੱਚ ਅਜਮਾਇਸ਼ਾਂ ਦੀ ਹੈ ਮੇਰੀ ਜਾਨ ਹੋ, ਵਿੱਚ ਅਜਮਾਇਸ਼ਾਂ ਦੀ ਹੈ ਮੇਰੀ ਜਾਨ ਹੋ। ਤੇਰੇ ਹੀ ਕੋਲਾਂ ਉੱਤੇ ਮੇਰਾ ਈਮਾਨ ਹੋ, ਤੇਰੇ ਹੀ ਕੋਲਾਂ ਉੱਤੇ ਮੇਰਾ ਈਮਾਨ ਹੋ। ਮੈਨੂੰ ਸੰਭਾਲੀ ਰੱਬਾ, ਮੈਨੂੰ ਸੰਭਾਲੀ, ਮੈਨੂੰ ਸੰਭਾਲੀ ਰੱਬਾ, ਮੈਨੂੰ ਸੰਭਾਲੀ। ਜਿਹੜੇ ਤੂੰ ਕੋਲ
ਸੰਭਾਲੀ ਰੱਬਾ ਮੈਨੂੰ ਸੰਭਾਲੀ, ਮੈਨੂੰ ਸੰਭਾਲੀ ਰੱਬਾ ਮੈਨੂੰ ਸੰਭਾਲੀ, ਮੈਨੂੰ ਸੰਭਾਲੀ ਰੱਬਾ ਮੈਨੂੰ ਸੰਭਾਲੀ, ਮੈਨੂੰ ਸੰਭਾਲੀ ਰੱਬਾ ਮੈਨੂੰ ਸੰਭਾਲੀ। ਪਰਮੇਸ਼ਰ ਦਾ ਧੰਨਵਾਦ ਹੋਵੇ ਅੱਜ ਦੇ ਅੱਛੇ ਸਮੇਂ ਦੇ ਵਾਸਤੇ, ਅੱਜ ਦੀ ਸਵੇਰ ਦੇ ਵਾਸਤੇ। ਪਰਮੇਸ਼ਰ ਸਾਨੂੰ ਇਸ ਇਲਾਕੇ ਵਿੱਚ ਲੈ ਕੇ ਆਇਆ ਕਿ ਅਸੀਂ ਪ੍ਰਭੂ ਦੀ ਇੱਛਾ ਨੂੰ ਜਾਣੀਏ ਔਰ ਉਹਦੀ ਇੱਛਾ ਨੂੰ ਸਮਝ ਸਕੀਏ। ਸੋ ਜਿੱਦਾਂ ਅਸੀਂ ਅੱਜ ਦੇਖ ਰਹੇ ਹਾਂ ਹਰ ਪਾਸੇ ਬਰਬਾਦੀ ਹੋ ਰਹੀ ਆ, ਤਬਾਹੀ ਹੋ ਰਹੀ ਆ, ਭੂਚਾਲ ਆ ਰਹੇ ਆ, ਤੂਫਾਨ ਆ ਰਹੇ ਆ, ਮਹਾਮਾਰੀਆਂ ਫੈਲਦੀਆਂ ਜਾ ਰਹੀਆਂ ਆ ਔਰ ਕੋਰੋਨਾ ਨੇ ਬਹੁਤ ਜ਼ਿਆਦਾ ਬਰਬਾਦੀ ਕੀਤੀ ਹੋਈ ਆ। ਲੋਕ ਮਰਦੇ ਜਾ ਰਹੇ ਆ। ਕੋਰੋਨਾ ਜਿਹਨੂੰ ਫੜਦਾ ਆ ਉਹਨੂੰ ਨਾ ਜੀਣ ਜੋਗਾ ਨਾ ਮਰਨ ਜੋਗਾ ਛੱਡਦਾ ਔਰ ਇਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਮਹਾਮਾਰੀਆਂ ਫੈਲੀਆਂ ਪਈਆਂ ਆ ਔਰ ਇਨਸਾਨ ਦਾ ਜੀਣਾ ਹਰਾਮ ਹੋਇਆ ਆ। ਕਾਰੋਬਾਰ ਹਰ ਜਗ੍ਹਾ ਤੇ ਬੰਦ ਹੋ ਰਹੇ ਆ, ਭੁੱਖਮਰੀ ਫੈਲ ਰਹੀ ਆ ਔਰ ਲਾਸ਼ਾਂ ਨੂੰ ਕਈਆਂ ਨੂੰ ਦੱਬਣ ਦਾ ਵੀ ਸਮੇਂ ਨਹੀਂ ਮਿਲ ਰਿਹਾ, ਮੌਕਾ ਨਹੀਂ ਮਿਲ ਰਿਹਾ, ਕਈਆਂ ਨੂੰ ਅੱਗ ਦੇਣ ਦਾ ਮੌਕਾ ਨਹੀਂ ਮਿਲ ਰਿਹਾ। ਉਹਦਾ ਲਾਸ਼ਾਂ ਛੱਡੀਆਂ ਜਾ ਰਹੀਆਂ ਆ, ਪੰਛੀ ਉਹਨਾਂ ਨੂੰ ਨੋਚ ਰਹੇ ਆ, ਜਾਨਵਰ ਉਹਨਾਂ ਨੂੰ ਖਾ ਰਹੇ ਆ। ਸੋ ਇਹ ਹਾਲ ਹੋਇਆ ਆ। ਰਾਜਿਆਂ ਤੱਕ ਘਬਰਾਏ ਹੋਏ ਆ, ਕਿਸੇ ਨੂੰ ਆਪਣਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ। ਸਭ ਜਗ੍ਹਾ ਕਸ਼ਟ, ਦੁੱਖ, ਪਰੇਸ਼ਾਨੀਆਂ ਫੈਲੀਆਂ ਪਈਆਂ ਆ। ਸੋ ਇਹਦਾ ਕਾਰਨ ਕੀ ਆ ਕਿ ਆਦਮ ਦੇ ਪਾਪ ਦਾ ਘੜਾ ਜਿਹੜਾ ਆ ਉਹ ਭਰ ਚੁੱਕਾ ਆ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਵੀ, ਇਸ ਮਹਾਮਾਰੀ ਦੇ ਦਰਮਿਆਨ ਵੀ ਪਰਮੇਸ਼ਰ ਚਾਹੁੰਦਾ ਆ ਕਿ ਉਹਦੇ ਲੋਕ ਅਗਰ ਇਹਦੇ ਦਰਮਿਆਨ ਵੀ ਆਪਣੇ ਪਾਪ ਨੂੰ ਮੰਨ ਲੈਣ ਤੇ ਪਰਮੇਸ਼ਰ ਉਹਨਾਂ ਤੇ ਰਹਿਮ ਕਰੇਗਾ। ਕਿਉਂਕਿ ਬਾਣੀ ਵਿੱਚ ਲਿਖਿਆ ਆ, ਤੌਬਾ ਕਰੋ ਤੇ ਮੁੜੋ ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ ਔਰ ਸਵਰਗ ਦੇ ਵਿੱਚੋਂ ਸੁੱਖ ਦੇ ਦਿਨ ਆਉਣ। ਸੋ ਬਾਣੀ ਦੱਸਦੀ ਆ ਅਗਰ ਅਸੀਂ ਤੌਬਾ ਕਰੀਏ ਤੇ ਸਾਡੇ ਪਾਪ ਮਿਟਾਏ ਜਾ ਸਕਦੇ ਆ ਔਰ ਸਵਰਗ ਚ ਸੁੱਖ ਦੇ ਦਿਨ ਆ ਸਕਦੇ ਆ। ਅਸੀਂ ਦੇਖਦੇ ਹਾਂ ਅਸੀਂ ਸੁੱਖ ਧਰਤੀ ਤੋਂ ਲੱਭਦੇ ਹਾਂ, ਧਰਤੀ ਦੀਆਂ ਚੀਜ਼ਾਂ ਚੋਂ ਲੱਭਦੇ, ਮਿਲਦਾ ਨਹੀਂ। ਕਈ ਵਾਰ ਸੋਚਦੇ ਹਾਂ ਸ਼ਾਦੀ ਹੋ ਜਾਵੇ ਸੁੱਖ ਮਿਲ ਜੂਗਾ, ਸ਼ਾਦੀ ਹੋ ਜਾਂਦੀ ਸੁੱਖ ਮਿਲਦਾ ਨਹੀਂ। ਫਿਰ ਸੋਚਦੇ ਘਰ ਬਣ ਜਾਊ ਸੁੱਖ ਮਿਲ ਜੂਗਾ, ਘਰ ਬਣ ਜਾਂਦਾ ਸੁੱਖ ਮਿਲਦਾ ਨਹੀਂ। ਫਿਰ ਕਹਿੰਦੇ ਆ ਕਾਰੋਬਾਰ ਠੀਕ ਹੋ ਜਾਵੇ ਸੁੱਖ ਮਿਲ ਜੂਗਾ, ਕਾਰੋਬਾਰ ਠੀਕ ਹੋ ਜਾਂਦਾ ਪਰ ਸੁੱਖ ਮਿਲਦਾ ਨਹੀਂ। ਕਿਉਂਕਿ ਅਸੀਂ ਸੁੱਖ ਲੱਭਦੇ ਹਾਂ ਇਸ ਧਰਤੀ ਦੀਆਂ ਚੀਜ਼ਾਂ ਦੇ ਵਿੱਚੋਂ। ਸੋ ਧਰਤੀ ਦੀਆਂ ਚੀਜ਼ਾਂ ਦੇ ਵਿੱਚ ਸੁੱਖ ਨਹੀਂ, ਸੁੱਖ ਸਵਰਗ ਤੋਂ ਆ। ਔਰ ਬਾਣੀ ਦੱਸਦੀ ਆ ਸਵਰਗ ਤੋਂ ਸੁੱਖ ਤਾਂ ਹੀ ਮਿਲੇਗਾ ਜੇਕਰ ਕੋਈ ਇਨਸਾਨ ਆਪਣੇ ਪਾਪ ਨੂੰ ਮੰਨ ਲਵੇਗਾ। ਔਰ ਪਾਪ ਮੰਨਣ ਦੇ ਵਾਸਤੇ ਬਾਣੀ ਦੱਸਦੀ ਆ ਜ਼ਮੀਨ ਦੇ ਉੱਤੇ ਆਕਾਸ਼ ਦੇ ਹੇਠਾਂ ਇੱਕ ਨਾਮ ਦਿੱਤਾ ਗਿਆ ਆ, ਉਹ ਨਾਮ ਹੈ ਯਿਸੂ ਮਸੀਹ। ਸੋ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਹੜਾ ਵੀ ਆਪਣੇ ਪਾਪ ਨੂੰ ਮੰਨ ਲੈਂਦਾ ਆ, ਪਰਮੇਸ਼ਰ ਉਹਦੇ ਪਾਪ ਨੂੰ ਮਾਫ ਕਰਦਾ ਆ ਔਰ ਉਹਨੂੰ ਅਨੰਤ ਜੀਵਨ ਦਾ ਅਧਿਕਾਰੀ ਬਣਾ ਦਿੰਦਾ ਆ ਔਰ ਸੱਚਾ ਸੁੱਖ ਉਹਨੂੰ ਮਿਲ ਜਾਂਦਾ ਆ। ਕਿਉਂਕਿ ਯਿਸੂ ਮਸੀਹ ਕਹਿੰਦੇ ਆ ਰਾਹ, ਸੱਚਾਈ ਔਰ ਜ਼ਿੰਦਗੀ ਮੈਂ ਹਾਂ। ਔਰ ਯਿਸੂ ਮਸੀਹ ਕਹਿੰਦੇ ਆ ਕਿ ਜਗਤ ਦੀ ਜੋਤੀ ਮੈਂ ਹਾਂ। ਔਰ ਯਿਸੂ ਮਸੀਹ ਕਹਿੰਦੇ ਆ ਕਿ ਬੂਹਾ ਮੈਂ ਹਾਂ। ਔਰ ਯਿਸੂ ਮਸੀਹ ਕਹਿੰਦੇ ਆ ਜੀਵਨ ਦੀ ਰੋਟੀ ਮੈਂ ਹਾਂ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਯਿਸੂ ਮਸੀਹ ਦੇ ਵਿੱਚ ਪਾਈਆਂ ਜਾਂਦੀਆਂ ਆ ਤੇ ਅਨੰਤ ਜੀਵਨ ਵੀ ਯਿਸੂ ਮਸੀਹ ਵਿੱਚ ਪਾਇਆ ਜਾਂਦਾ ਹੈ। ਕਿਉਂਕਿ ਬਾਣੀ 'ਚ ਲਿਖਿਆ ਹੈ, ਪਰਮੇਸ਼ਰ ਨੇ ਕਿਹਾ, ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਪਰਮੇਸ਼ਰ ਨੇ ਜਗਤ ਦੇ ਨਾਲ ਅਜਿਹਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜੋ ਵੀ ਉਹਦੇ ਤੇ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਸਗੋਂ ਹਮੇਸ਼ਾ ਦਾ ਜੀਵਨ ਪਾਵੇ। ਸੋ ਅੱਜ ਸਾਨੂੰ ਆਪਣੇ ਜੀਵਨ ਵੱਲ ਧਿਆਨ ਦੇਣ ਦੀ ਲੋੜ ਆ, ਆਪਣੇ ਅਪਰਾਧਾਂ ਵੱਲ ਧਿਆਨ ਦੇਣ ਦੀ ਲੋੜ ਆ ਔਰ ਉਹਨਾਂ ਨੂੰ ਮੰਨਣ ਦੀ ਲੋੜ ਆ। ਔਰ ਬਾਣੀ ਦੇ ਵਿੱਚ ਲਿਖਿਆ ਜਿਹੜਾ ਮੰਨ ਲਵੇਗਾ ਉਹਦੇ ਤੇ ਦਇਆ ਹੋਵੇਗੀ, ਉਹਦੇ ਤੇ ਕਿਰਪਾ ਹੋਵੇਗੀ। ਕਿਉਂਕਿ ਆਦਮ ਦੇ ਬਾਗ ਦੇ ਵਿੱਚ ਜਦੋਂ ਆਦਮ ਨੂੰ ਪਰਮੇਸ਼ਰ ਨੇ ਬਣਾਇਆ, ਆਦਮ ਨੂੰ ਜਿਹੜੀ ਆਗਿਆ ਲਗਾਈ ਉਸ ਆਗਿਆ ਨੂੰ ਆਦਮ ਨੇ ਆਪਣੀ ਆਜ਼ਾਦ ਮਰਜ਼ੀ ਨਾਲ ਤੋੜ ਦਿੱਤਾ ਔਰ ਆਗਿਆ ਤੋੜਨ ਦੇ ਕਾਰਨ ਆਦਮ ਪਾਪ ਦੇ ਵਿੱਚ ਚਲਾ ਗਿਆ ਔਰ ਪਾਪ ਵਿੱਚ ਜਾਣ ਦੇ ਕਾਰਨ ਆਦਮ ਨੂੰ ਅਦਨ ਦੇ ਬਾਗ ਚੋਂ ਕੱਢ ਦਿੱਤਾ। ਔਰ ਅਦਨ ਦੇ ਬਾਗ ਚੋਂ ਕੱਢਣ ਤੋਂ ਬਾਅਦ ਆਦਮ ਦੀ ਹਾਲਤ ਏਦਾਂ ਦੀ ਸੀ ਜਿੱਦਾਂ ਇੱਕ ਸੂਰ ਜਿਹੜਾ ਆ ਉਹ ਚਿੱਕੜ ਚੋਂ ਨਿਕਲਦਾ ਤੇ ਗੰਦ ਫੈਲਾਉਂਦਾ ਜਾਂਦਾ ਆ
ਇਸੇ ਤਰੀਕੇ ਨਾਲ ਜਦੋਂ ਆਦਮ ਨੂੰ ਅਦਨ ਦੇ ਬਾਗ ਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਇਹ ਪਾਪ ਦਾ ਚਿੱਕੜ ਜਿਹੜਾ ਸੀ ਹਰ ਜਗ੍ਹਾ ਤੇ ਫੈਲਦਾ ਗਿਆ। ਜਿੱਥੇ ਜਿੱਥੇ ਵੀ ਮਨੁੱਖ ਫੈਲਦਾ ਗਿਆ ਪਾਪ ਵੱਧਦਾ ਗਿਆ, ਫੈਲਦਾ ਗਿਆ। ਸੋ ਪਾਪ ਕੀ ਆ? ਗਾਲਾਂ ਕੱਢਣੀਆਂ, ਝੂਠ ਬੋਲਣਾ, ਚੋਰੀ ਕਰਨੀ, ਨਿੰਦਾ ਕਰਨੀ, ਵੈਰ ਰੱਖਣਾ, ਵਿਰੋਧ ਕਰਨਾ, ਚੁਗਲੀ ਕਰਨੀ, ਨਿੰਦਾ, ਬਦਨਾਮੀ, ਨਸ਼ੇ, ਬਦਮਸਤੀਆਂ, ਇਹ ਸਾਰਾ ਪਾਪ ਆ। ਔਰ ਸਾਡਾ ਕਿੰਨੀ ਭਗਤੀ ਕਰਨ ਦੇ ਬਾਵਜੂਦ ਵੀ ਇਹ ਗਾਲਾਂ ਕੱਢਣ ਦੀ ਆਦਤ ਜਾਂਦੀ ਨਹੀਂ, ਗੰਦ ਮੰਦ ਦੀ ਆਦਤ ਜਾਂਦੀ ਨਹੀਂ। ਸੋ ਇਹਦਾ ਮਤਲਬ ਇਹ ਆ ਕਿ ਪਾਪ ਫਿਰ ਵੀ ਸਾਡੇ ਵਿੱਚ ਬਣਿਆ ਰਹਿੰਦਾ, ਕਿਉਂਕਿ ਪਾਪ ਮਾਫ ਕਰਨਾ ਹੈ ਤੇ ਉਹ ਯਿਸੂ ਮਸੀਹ ਦੇ ਕੋਲ ਅਧਿਕਾਰ ਦਿੱਤਾ ਗਿਆ ਪਾਪ ਮਾਫ ਕਰਨ ਦਾ। ਔਰ ਜਿਹੜਾ ਵੀ ਯਿਸੂ ਤੇ ਈਮਾਨ ਲਿਆਉਂਦਾ ਹੈ, ਬਾਣੀ ਵਿੱਚ ਲਿਖਿਆ ਆ, ਪਰਮੇਸ਼ਰ ਉਹਦੇ ਪਾਪ ਨੂੰ ਮਾਫ ਕਰਦਾ ਆ ਔਰ ਉਹਨੂੰ ਅਨੰਤ ਜੀਵਨ ਦਿੰਦਾ ਆ। ਸੋ ਇਸ ਇਲਾਕੇ ਦੇ ਵਾਸਤੇ, ਨੂਰਪੁਰ ਕਲੋਨੀ ਦੇ ਵਾਸਤੇ, ਹਰਦਿਆਲ ਨਗਰ ਦੇ ਵਾਸਤੇ ਧੰਨਵਾਦ ਹੋਵੇ ਕਿ ਜਦੋਂ ਅਸੀਂ ਇਹ ਜਗ੍ਹਾ ਤੇ ਆ ਕੇ ਪਰਮੇਸ਼ਰ ਦੀ ਬਾਣੀ ਸੁਣਾਇਆ ਆ। ਔਰ ਅਸੀਂ ਪ੍ਰਾਰਥਨਾ ਕਰਦੇ ਹਾਂ ਇਸ ਸਾਰੇ ਇਲਾਕੇ ਦੇ ਵਾਸਤੇ। ਪ੍ਰਭੂ ਧੰਨਵਾਦ ਕਰਦੇ ਹਾਂ ਇਹਨਾਂ ਸਾਰੇ ਲੋਕਾਂ ਦੇ ਵਾਸਤੇ ਜਿਨ੍ਹਾਂ ਤੱਕ ਇਹ ਵਚਨ ਪਹੁੰਚ ਗਿਆ। ਖੁਦਾਵੰਦ ਹਰ ਜਨ ਆਪਣੇ ਜੀਵਨ ਤੇ ਧਿਆਨ ਕਰੇ ਔਰ ਆਪਣੇ ਪਾਪ ਨੂੰ ਮੰਨ ਲਵੇ ਤਾਂ ਕਿ ਤੇਰੇ ਕੋਲੋਂ ਸੱਚਾ ਸੁੱਖ ਪਾ ਜਾਏ। ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਆਮੀਨ।